ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਨ ਪ੍ਰੇਮ ਉਮਾੜਾ ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰਹਿ ਲੇਹੁ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰਿ ਰਾਏ। ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰਿ ਰਾਏ। ਅਸਨ ਪ੍ਰੇਮ ਉਮਾੜਾ ਕਿਉ ਮਿਲੀਐ ਹਰਿ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਸੂ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਅੱਸੂ ਦੇ ਮਹੀਨੇ ਦੇ ਰਾਹੀਂ ਅੰਮ੍ਰਿਤ ਬਚਨਾਂ ਦੁਆਰਾ ਸਿੱਖ ਸੰਗਤਾਂ ਨੂੰ ਗਿਆਨਜਨਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਪ੍ਰਭੂ ਦੇ ਪ੍ਰੇਮ ਤੋਂ ਬਿਨਾ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਖਟ ਰੁੱਤਾਂ ਭਾਵ ਇਹ 6 ਰੁੱਤਾਂ ਵਿੱਚ ਇਹ ਜਿਹੜਾ ਮਹੀਨਾ ਹੈ ਸਾਧ ਸੰਗਤ ਜੀ ਇਹ ਪਾਵਸ ਰੁੱਤ ਤੋਂ ਬਾਅਦ ਸਰਦ ਰੁੱਤ ਦਾ ਪਹਿਲਾ ਮਹੀਨਾ ਹੈ। ਪਾਤਸ਼ਾਹ ਜੀ ਦਾ ਵਾਕ ਹੈ ਰੁੱਤ ਸਰਦ ਅਡੰਬਰੋ ਅੱਸੂ ਕਤ ਕੇ ਹਰ ਪਿਆਸ ਜੀਓ। ਸੋ ਆਓ ਇਸ ਪਾਵਨ ਮਹੀਨੇ ਦੀ ਜਿਤਨੀ ਕੋ ਪਾਤਸ਼ਾਹ ਆਪ ਆਪਣੀ ਬੁੱਧ ਹੈ ਜੀਤੀ ਦੇ ਅਨੁਸਾਰ ਬਖਸ਼ਿਸ਼ ਕਰ ਰਹੇ ਹਨ। ਆਓ ਵਿਚਾਰ ਦੇ ਲਾਹੇ ਪ੍ਰਾਪਤ ਕਰੀਏ। ਅਸਨ ਪ੍ਰੇਮ ਉਮਾੜਾ ਕਿਉ ਮਿਲੀਐ ਹਰਿ ਜਾਏ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ ਅੱਸੂ ਦੇ ਮਹੀਨੇ ਜਿਨ੍ਹਾਂ ਇਸਤਰੀਆਂ ਦੇ ਮਨ ਵਿੱਚ ਪ੍ਰੇਮ ਸਹਿਤ ਆਪਣੇ ਪਤੀ ਦੀ ਸੇਵਾ ਦਾ ਉਮਾੜਾ ਕਹੀਏ ਉਤਸ਼ਾਹ ਉੱਠਿਆ ਹੈ, ਚਾਅ ਉੱਠਿਆ ਹੈ,
ਉਹ ਇਸਤਰੀਆਂ ਵਿਛੋੜੇ ਵਿੱਚ ਸੋਚਦੀਆਂ ਹਨ ਕਿ ਕਿਵੇਂ ਅਸੀਂ ਆਪਣੇ ਪਤੀ ਨੂੰ ਮਿਲਣਾ ਕਰੀਏ। ਇਸੇ ਪ੍ਰਕਾਰ ਜਿਗਿਆਸੂ ਰੂਪੀ ਇਸਤਰੀਆਂ ਦੇ ਮਨ ਵਿੱਚ ਪਤੀ ਪਰਮੇਸ਼ਵਰ ਵਾਹਿਗੁਰੂ ਦੀ ਸੇਵਾ, ਖੁਸ਼ੀਆਂ ਪ੍ਰਾਪਤ ਕਰਨ ਦਾ, ਪ੍ਰੇਮ ਦਾ ਉਮਾਹੜਾ ਉਤਸ਼ਾਹ ਉੱਠਿਆ ਹੈ, ਚਾਅ ਉੱਠਿਆ ਹੈ ਕਿ ਉਸ ਹਰੀ ਵਾਹਿਗੁਰੂ ਨੂੰ ਜਾਏ ਜਾ ਕੇ ਕਿਉਂ ਮਿਲੀਐ ਹਰ ਜਾਏ, ਕਿਵੇਂ ਮਿਲਣਾ ਕਰੀਏ। ਜੋ ਹਰ ਜਾਏ, ਹਰ ਜਗ੍ਹਾ ਜਾਏ ਕਹੀਏ, ਜਗ੍ਹਾ ਨੂੰ ਵੀ ਹਰ ਜਗ੍ਹਾ 'ਤੇ ਵਿਆਪਕ ਹੈ, ਘਟ ਘਟ ਵਿੱਚ ਰਮਿਆ ਹੋਇਆ ਹੈ। ਸੋ ਜਿਗਿਆਸੂ ਰੂਪ ਇਸਤਰੀ ਦਾ ਸਵਾਲ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਰੂਪ ਪ੍ਰੇਮ ਦਾ ਹਿਰਦੇ ਵਿੱਚ ਉਤਸ਼ਾਹ ਕਿਵੇਂ ਪੈਦਾ ਹੋਵੇ। ਤੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਅਸਨ 99 ਅਰਥ ਮਹਾਂਪੁਰਖ ਦੱਸਦੇ ਹਨ। ਆ ਕਹੀਏ ਆ ਕਰਕੇ ਸਤ ਸੰਗਤ ਵਿੱਚ ਆ ਕਰਕੇ ਉਸ ਪਰਮੇਸ਼ਰ ਦੇ ਗੁਣਾਂ ਦੀ ਸਿਫਤ ਸਲਾਹ ਸੁਣ ਭਾਵ ਸੁਣਨਾ ਕਰੀਏ, ਫਿਰ ਹਿਰਦੇ ਵਿੱਚ ਪ੍ਰੇਮ ਦਾ ਉਤਸ਼ਾਹ ਪੈਦਾ ਹੋਵੇਗਾ। ਵਾਹਿਗੁਰੂ ਦੀ ਮਹਿਮਾ ਸੁਣਨ ਨਾਲ ਸੰਸਾਰ ਵਿੱਚ ਕੋਈ ਆਸਾ ਬਾਕੀ ਰਹਿੰਦੀ ਹੀ ਨਹੀਂ। ਅਸੁਨ ਕਹੀਏ 99 ਅਰਥ ਆ ਨਾਮ ਆਸਾ ਦਾ, ਸੁਣ ਕਹੀਏ ਆਸਾ ਜਿੱਥੇ ਸੁੰਨ ਹੋ ਜਾਂਦੀਆਂ ਹਨ। ਕਹਿਣ ਤੋਂ ਭਾਵ ਜਿਸ ਵਾਹਿਗੁਰੂ ਦੀ ਬੰਦਗੀ ਕੀਤਿਆਂ ਅਵਸਥਾ ਇਸ ਸਟੇਜ 'ਤੇ ਪਹੁੰਚ ਜਾਂਦੀ ਹੈ ਕਿ ਜਿੱਥੇ ਸਾਰੀਆਂ ਆਸ਼ਾਵਾਂ ਖਤਮ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਸੁਣਨ ਕਰਕੇ ਗੁਰਮੁਖਾਂ ਦੇ ਮਨ ਵਿੱਚ ਪ੍ਰੇਮ ਦਾ ਭਾਰੀ ਉਮਾਹੜਾ ਉਛਾਲਾ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਕੰਡਿਆਂ ਦੀ ਨਿਆਈ ਰੋਮ ਖੜੇ ਹੋ ਜਾਂਦੇ ਹਨ। ਕਹਿਣ ਤੋਂ ਭਾਵ ਰੋਮਾਵਲ ਹੋ ਜਾਂਦੇ ਹਨ। ਸਰੀਰ ਦਾ ਚੇਤਾ ਭੁੱਲ ਜਾਂਦਾ ਹੈ। ਜਿਵੇਂ ਸੰਸਾਰ ਵਿੱਚ 3 ਤਰ੍ਹਾਂ ਦੀਆਂ ਇਸਤਰੀਆਂ ਹਨ, ਇਸੇ ਤਰ੍ਹਾਂ ਜਿਗਿਆਸੂ ਜਨ ਇਸਤਰੀਆਂ ਵੀ 3 ਪ੍ਰਕਾਰ ਦੀਆਂ ਹਨ। ਪਹਿਲੀਆਂ ਉਹ ਜਿਵੇਂ ਪਤੀ ਨੇ ਪਰਦੇਸ ਜਾਣਾ ਹੋਵੇ ਤਾਂ ਇਹ ਸੁਣਦੇ ਸਾਰ ਉਹਨਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ। ਜਦੋਂ ਪਤੀ ਚਲਾ ਜਾਂਦਾ ਹੈ ਫਿਰ ਉਸ ਨੂੰ ਭੁੱਲ ਕੇ ਆਮ ਵਿਵਹਾਰ ਕੰਮਾਂ ਕਾਰਾਂ 'ਚ ਲੱਗ ਜਾਂਦੀਆਂ ਹਨ। ਦੂਸਰੀਆਂ ਦਰਜੇ ਵਾਲੀਆਂ ਇਸਤਰੀਆਂ ਉਹ ਜਿਨ੍ਹਾਂ ਦੇ ਅੰਦਰ ਹਰ ਵਕਤ ਪ੍ਰੇਮ ਦਾ ਐਸਾ ਪ੍ਰਵਾਹ ਚੱਲਦਾ ਹੈ, ਸਾਧ ਸੰਗਤ ਜੀ ਉਹਨਾਂ ਦੇ ਵਿਜੋਗ ਵਿੱਚ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਹਨ ਅਤੇ ਵਿਜੋਗ ਵਿੱਚ ਰਹਿੰਦੀਆਂ ਦੇ ਸਰੀਰ ਸੁੱਕ ਜਾਂਦੇ ਹਨ। ਤੀਸਰੇ ਦਰਜੇ ਵਾਲੀਆਂ ਇਸਤਰੀਆਂ ਉਹ ਹਨ ਜਿਹੜੀਆਂ ਅੰਨ ਪਾਣੀ ਚੰਗਾ ਨਹੀਂ ਲੱਗਦਾ, ਵਿਛੋੜਾ ਸਹਿਣ ਨਹੀਂ ਕਰ ਸਕਦੀਆਂ। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਸੇ ਤਰ੍ਹਾਂ ਗੁਰੂ ਪਿਆਰੀ ਸੰਗਤ ਜੀ ਅੱਗੇ ਪਾਤਸ਼ਾਹ ਫਰਮਾਉਂਦੇ ਹਨ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸਾਡੇ ਮਨ ਅਤੇ ਤਨ ਸਰੀਰ ਪਰਮੇਸ਼ਰ ਦੇ ਦਰਸ਼ਨਾਂ ਦੀ ਘਣੀ ਕਹੀਏ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ। ਮਨ ਅਤੇ ਤਨ ਵਿੱਚ ਨਿਰੰਤਰ ਇੱਕ ਰਸ ਦਰਸ਼ਨਾਂ ਦੀ ਘਣੀ ਕਹੀਏ ਬਹੁਤੀ ਪਿਆਸ ਲੱਗੀ ਹੋਈ ਹੈ। ਹੇ ਮਾਏ, ਹੇ ਮੇਰੀ ਮਾਂ, ਹੇ ਮਾਏ ਕਹੀਏ ਭਾਈ, ਉੱਤਮ ਸਖੀ, ਮਹਾਤਮਾ ਜਨ, ਹੇ ਤਤ ਬੇਤਿਓ, ਹੇ ਮੇਰੀ ਮਾਏ, ਤੁਸੀਂ ਮਾਤਾ ਦੀ ਨਿਆਈ ਹੋ। ਕਿਰਪਾ ਕਰਕੇ ਕੋਈ ਆਣ ਆ ਕੇ ਸਾਨੂੰ ਪਰਮੇਸ਼ਰ ਨਾਲ ਮਿਲਾਉਣਾ ਕਰੋ। ਜੋ ਮਾਏ ਭਾਵ ਮਾਇਆ ਦਾ ਸਥਿਤੀ ਰੂਪੀ ਪਤੀ ਪਰਮੇਸ਼ਰ ਹੈ, ਉਸ ਨਾਲ ਕੋਈ ਆਣ ਆ ਕੇ ਸਾਨੂੰ ਮਿਲਾਉਣਾ ਕਰੋ। ਜੈਸਾ ਪਾਤਸ਼ਾਹ ਦਾ ਪਾਵਨ ਵਾਕ ਹੈ, ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਪਾਤਸ਼ਾਹ ਜੀ ਆਸਾ ਰਾਗ ਵਿੱਚ ਫਰਮਾਉਂਦੇ ਹਨ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਉੱਤਰ ਵਿੱਚ ਦੱਸਦੇ ਹਨ,
ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਈ। ਸੰਤ ਸ਼ਾਂਤ ਆਤਮਾਵਾਂ ਮਹਾਂਪੁਰਖ ਵਾਹਿਗੁਰੂ ਨਾਲ ਪ੍ਰੇਮ ਲਾਉਣ ਦੇ ਵਿੱਚ ਸਹਾਈ ਹੁੰਦੇ ਹਨ। ਇਸ ਲਈ ਹਉ ਮੈਂ ਤਿੰਨ ਕਹੀਏ ਉਹਨਾਂ ਦੇ ਤਾਈਂ ਚਰਨੀ ਲੱਗਦਾ ਹਾਂ, ਚਰਨੀ ਲੱਗਣਾ ਕਰਦਾ ਹਾਂ। ਅਰਥਾਤ ਸੰਤ ਜਨਾਂ ਦੀ ਸੰਗਤ ਤੋਂ ਬਿਨਾਂ ਪ੍ਰੇਮ ਪ੍ਰਾਪਤ ਨਹੀਂ ਹੁੰਦਾ ਅਤੇ ਭਾਵਨਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜੇਕਰ ਕੋਈ ਇਹ ਸਵਾਲ ਕਰੇ ਕਿ ਸੰਗਤ ਕਿਉਂ ਲੋੜ ਹੈ, ਸੰਗਤ ਵਿੱਚ ਕਿਉਂ ਜਾਣਾ ਹੈ, ਉਸ ਦਾ ਉੱਤਰ ਇਹ ਹੈ ਕਿ ਜਿਵੇਂ ਨਦੀ ਕਿਨਾਰੇ ਖੜੇ ਬ੍ਰਿਛ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ, ਪਰੰਤੂ ਵਰਖਾ ਦੀ ਫੇਰ ਵੀ ਲੋੜ ਪੈਂਦੀ ਹੈ। ਜੇ ਵਰਖਾ ਨਾ ਪਵੇ ਨਾ ਤਾਂ ਜਾਲੇ ਪੈ ਜਾਂਦੇ ਹਨ, ਧੂੜ ਨਾਲ ਬ੍ਰਿਛ ਦਾ ਰੰਗ ਬਦਲਿਆ ਦਿਸਦਾ ਹੈ। ਵਰਖਾ ਪੈਣ 'ਤੇ ਬ੍ਰਿਛ ਸਾਫ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜੋ ਪੁਰਖ ਮਿਹਨਤ ਨਾਲ ਜਾਪ ਕਰਨ ਵਾਲਾ ਹੈ, ਉਹ ਪਾਣੀ ਕਿਨਾਰੇ ਖਲੋਤੇ ਬ੍ਰਿਛ ਵਾਂਗੂ ਹੈ। ਉਸ ਨੂੰ ਉਪਦੇਸ਼ ਰੂਪੀ ਪਾਣੀ ਦੀ ਲੋੜ ਨਹੀਂ, ਪਰੰਤੂ ਸਤ ਸੰਗਤ ਰੂਪੀ ਵਰਖਾ ਦੀ ਅਤੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਧ ਸੰਗਤ ਜੀ, ਕਿਉਂਕਿ ਸਤ ਸੰਗਤ ਤੋਂ ਬਿਨਾਂ ਮਾਨ ਨਹੀਂ ਮਿਟਦਾ, ਹੰਕਾਰ ਨਹੀਂ ਮਿਟਦਾ। ਸੰਗਤ ਨਾਲ ਹਉਮੈ ਦੀ ਧੂੜ ਵੀ ਲੈ ਜਾਂਦੀ ਹੈ, ਮੋਹ ਰੂਪੀ ਜਾਲੇ ਵੀ ਧੋਤੇ ਜਾਂਦੇ ਹਨ, ਪ੍ਰੇਮ ਦਾ ਉੱਜਲ ਰੰਗ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਸਾਧ ਜਨ ਸਹਾਇਤਾ ਕਰਨ ਵਾਲੇ ਹਨ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਵਿਣ ਕਹੀਏ ਬਿਨਾਂ ਪ੍ਰਭ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਤੋਂ ਵੀ ਸੁੱਖ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਹੋਰ ਕੋਈ ਦੂਜੀ ਨਾ ਹੀ ਜਾਏ, ਦੂਸਰੀ ਸੁੱਖ ਦੇਣ ਵਾਲੀ ਜਾਏ ਜਗ੍ਹਾ ਹੀ ਨਹੀਂ ਹੈ। ਪਾਤਸ਼ਾਹ ਦਾ ਪਾਵਨ ਵਾਕ ਹੈ। ਭੈਰੋ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਪਾਤਸ਼ਾਹ ਫਰਮਾਉਂਦੇ ਹਨ ਕਿ ਨਾ ਹੀ ਸੁੱਖ ਹੈ ਬਹੁਤੀ ਧਨ ਖੱਟਣ ਨਾਲ ਇਕੱਠਾ ਕੀਤਿਆਂ, ਨਾ ਹੀ ਬਹੁਤਾ ਸੁੱਖ ਹੈ ਪੇਖੇ ਨਿਰਤ ਨਾਟੇ। ਨਿਰਤ ਕਹੀਏ ਨਾਚ, ਨਾਟੇ ਕਹੀਏ ਨਾਟਕ ਚੇਟਕ। ਦੁਨੀਆ ਦੀਆਂ ਇੱਧਰ ਉੱਧਰ ਦੀਆਂ ਸਵਾਦਲੀਆਂ ਗੱਲਾਂ ਨੂੰ ਦੇਖਣਾ ਅਤੇ ਸੁਣਨਾ। ਪਾਤਸ਼ਾਹ ਕਹਿੰਦੇ ਕਿਸੇ ਵੀ ਗੱਲ 'ਚ ਸੁੱਖ ਨਹੀਂ ਹੈਗਾ। ਸੁੱਖ ਨਾਹੀ ਬਹੁ ਦੇਸ ਕਮਾਏ, ਬਹੁਤੇ ਦੇਸ਼ਾਂ ਵਿੱਚ ਚਲਾ ਗਿਆ, ਕਮਾਈ ਕੀਤੀ, ਬਹੁਤ ਧਨ ਇਕੱਤਰ ਕਰ ਲਿਆ, ਪਰ ਸੁੱਖ ਨਹੀਂ। ਸਰਬ ਸੁਖਾ ਹਰ ਹਰ ਗੁਣ ਗਾਏ। ਹਾਂ ਭਾਈ, ਸਾਰੇ ਹੀ ਸੁੱਖ ਹਨ, ਹਰ ਹਰ ਗੁਣ ਗਾਏ। ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਵਿੱਚ ਸਾਰੇ ਹੀ ਸੁੱਖ ਹਨ। ਕਿਉਂ? ਕਿਉਂਕਿ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਸਾਰੇ ਦੁੱਖਾਂ ਨੂੰ ਪਰ ਹਰ ਪਰੇ ਕਰਕੇ ਹਰ ਲੈਂਦਾ ਹੈ, ਖਤਮ ਕਰ ਦਿੰਦਾ ਹੈ। ਐਸੇ ਪਰਮੇਸ਼ਰ ਦੇ ਨਾਲ ਭਾਈ ਜੁੜਨਾ ਲਾਭਦਾਇਕ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਗੁਰੂ ਪਿਆਰੀ ਸੰਗਤ ਜੀ, ਜਿਨੀ ਚਾਖਿਆ, ਪਾਤਸ਼ਾਹ ਜੀ ਫਰਮਾਉਂਦੇ ਹਨ ਅੱਸੂ ਦੇ ਮਹੀਨੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਰਸ ਸਵਾਦ ਨੂੰ ਪ੍ਰੇਮ ਸਹਿਤ ਚਾਖਿਆ ਕਹੀਏ, ਮਾਣਿਆ ਹੈ, ਚਾਖਿਆ ਕਹੀਏ, ਸਵਾਦ ਲਿਆ ਹੈ ਨਾਮ ਦਾ, ਘੁੱਟ ਭਰੇ ਹਨ, ਉਹ ਗੁਰਮੁਖ ਜਨ ਸੰਸਾਰ ਦੇ ਪਦਾਰਥਾਂ ਵੱਲੋਂ ਸੰਤੁਸ਼ਟ ਹੋ ਗਏ ਹਨ। ਉਹਨਾਂ ਨੂੰ ਕੋਈ ਇੱਛਾ ਬਾਕੀ ਰਹੀ ਹੀ ਨਹੀਂ। ਉਹ ਸਵਰਗ ਆਦਿਕ ਭੋਗਾਂ ਤੋਂ ਵੀ ਆਗਾਏ ਰੱਜ ਗਏ ਹਨ। ਮਹਾਂਪੁਰਖ ਦੱਸਿਆ ਕਰਦੇ ਹਨ ਕਿ ਨਰਕ ਸੁਰਗ ਜਿਹੜੇ ਹਨ ਇਹ ਦੋਨੇ ਜੰਜੀਰਾਂ ਹਨ। ਫਰਕ ਸਿਰਫ ਇਤਨਾ ਹੈ, ਦੋਵੇਂ ਬੰਧਨ ਦੀਆਂ ਜੰਜੀਰਾਂ ਹਨ। ਫਰਕ ਕੀ ਹੈ
ਜਿਹੜੇ ਸਵਰਗ ਹੈ, ਪੁੰਨ ਹੈ, ਉਹ ਸੋਨੇ ਦੀ ਜੰਜੀਰ ਹੈ। ਜਿਹੜਾ ਨਰਕ ਹੈ ਉਹ ਲੋਹੇ ਦੀ ਜੰਜੀਰ ਹੈ। ਸਿਰਫ ਇਤਨਾ ਫਰਕ ਹੈ। ਪਾਤਸ਼ਾਹ ਫਰਮਾਉਂਦੇ ਹਨ ਕਿ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਇੱਥੇ ਖਿਆਲ ਰੱਖਣ ਯੋਗ ਗੱਲ ਹੈ, ਅਸੀਂ ਕਾਹਲੀ ਵਿੱਚ ਅਗਾਏ ਕਹਿ ਜਾਂਦੇ ਹਾਂ, ਕਈ ਵਾਰੀ ਐੜਾ ਮੁਕਤਾ ਬੋਲ ਜਾਂਦੇ ਹਾਂ। ਇੱਥੇ ਐੜੇ ਨੂੰ ਕੰਨਾ ਲੱਗਾ ਹੈ, ਘੱਗੇ ਨੂੰ ਵੀ ਕੰਨਾ ਲੱਗਾ ਹੈ, ਈੜੀ ਨੂੰ ਸਿਹਾਰੀ ਹੈ। ਈੜੀ ਨੂੰ ਸਿਹਾਰੀ ਫਿਰ ਤਾਂ ਹੀ ਬੋਲ ਹੋਵੇਗੀ ਜੇਕਰ ਅਸੀਂ ਐੜੇ ਦਾ ਅਤੇ ਘੱਗੇ ਦਾ ਕੰਨਾ ਪੂਰਾ ਬੋਲਾਂਗੇ। ਆਪ ਜੀ ਨੇ ਖਿਆਲ ਦੇਣਾ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪ੍ਰੇਮ ਦੇ ਵਿੱਚ ਉਹਦਾ ਰਸ ਚਖਿਆ ਹੈ, ਉਹ ਤ੍ਰਿਪਤ ਹੋ ਗਏ ਹਨ। ਉਹਨਾਂ ਦੀ ਬਿਰਤੀ ਵਿੱਚ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੀ। ਐਸੀ ਅਵਸਥਾ ਬਣ ਗਈ ਹੈ। ਦੁਨੀਆ ਦੇ ਰਾਜ ਦੀ ਭੁੱਖ, ਭਾਵ ਪਦਾਰਥਾਂ ਦੀ ਭੁੱਖ ਨਹੀਂ ਰਹੀ। ਜਿਨ੍ਹਾਂ ਨੂੰ ਚਰਨਾਂ ਦੀ ਪ੍ਰੀਤੀ ਮਿਲ ਗਈ ਹੈ, ਉਹ ਗੁਰਮੁਖ ਤਾਂ ਮੁਕਤੀ ਤੋਂ ਵੀ ਪਰੇ ਹਨ। ਭਰਥਰੀ ਨੂੰ ਵਿਰਾਗ ਲੱਗ ਗਿਆ ਤਾਂ ਉਸਨੇ ਪ੍ਰਭੂ ਦੀ ਪ੍ਰਾਪਤੀ ਲਈ ਰਾਜ ਭਾਗ ਤਿਆਗ ਦਿੱਤੇ ਸਨ। ਆਪ ਤਿਆਗ ਬਿਨਤੀ ਕਰਹਿ, ਲੇਹੁ ਪ੍ਰਭੂ ਲੜ ਲਾਇ। ਉਹ ਤਾਂ ਕੇਵਲ ਆਪ ਆਪਾ ਭਾਵ ਹਉਮੈ ਨੂੰ ਤਿਆਗ ਛੱਡ ਕੇ ਸਦਾ ਹੀ ਬਿਨਤੀ ਅਰਦਾਸਾਂ ਕਰਦੇ ਹਨ। ਬਿਨਤੀ ਕਰਹਿ, ਬਿਨਤੀ ਕਰਹਿ ਕਹੀਏ, ਅਰਦਾਸਾਂ ਹੀ ਕਰਦੇ ਰਹਿੰਦੇ ਹਨ। ਹੇ ਪ੍ਰਭੂ ਅਕਾਲ ਪੁਰਖ ਜੀ, ਸਾਨੂੰ ਆਪਣੇ ਸ਼ਰਨ ਰੂਪੀ ਪੱਲੇ ਨਾਲ ਲਾਉਣਾ ਕਰੋ ਜੀ। ਸਦਾ ਲਈ ਇੱਕ ਬਿਨਤੀ, ਇੱਕ ਬਿਰਤੀ ਦੁਆਰਾ ਨਾਮ ਰੂਪੀ ਪੱਲੇ ਵਿੱਚ ਲੇਹੁ ਭਾਵ ਲਾਉਣਾ, ਭਾਵ ਜੋੜ ਲਓ। ਜਿਵੇਂ ਕਿ 10ਵੇਂ ਪਾਤਸ਼ਾਹ ਜੀ ਦੇ ਹਜ਼ੂਰ ਇੱਕ ਵਾਰੀ ਆਗਰੇ ਵਿੱਚ ਸਭਾ ਲੱਗੀ ਹੋਈ ਸੀ। ਬਹਾਦਰ ਸ਼ਾਹ ਦੇ ਵੱਡੇ ਕਾਜੀ ਨੇ ਕਲਗੀਧਰ ਪਾਤਸ਼ਾਹ ਜੀ ਦੀ ਸਭਾ ਵਿੱਚ ਆ ਕੇ ਪ੍ਰਸ਼ਨ ਕੀਤਾ ਕਿ ਖੁਦਾ ਦਾ ਕੀ ਪਾਉਣਾ ਹੈ, ਭਾਵ ਕਿਵੇਂ ਖੁਦਾ ਦੀ ਪ੍ਰਾਪਤੀ ਹੁੰਦੀ ਹੈ। ਕਲਗੀਧਰ ਜੀ ਕਹਿਣ ਲੱਗੇ ਕਿ ਕੋਈ ਐਬ ਨਾ ਕਰੇ, ਗੁਨਾਹ ਛੱਡ ਦੇਵੇ, ਸਰੀਰ ਕਰਕੇ ਬੰਦਗੀ ਕਰੇ ਅਤੇ ਫਿਰ ਆਖੇ ਕਿ ਹੇ ਖੁਦਾ, ਮੈਂ ਭੁੱਲਿਆ ਹੋਇਆ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਇਹ ਸੁਣ ਕੇ ਕਹਿਣ ਲੱਗਾ ਕਿ ਮਹਾਰਾਜ, ਜਦੋਂ ਕੋਈ ਐਬ ਨਹੀਂ ਰਹੇਗਾ ਫੇਰ ਕੀ ਲੋੜ ਹੈ ਬੇਨਤੀਆਂ ਕਰਨ ਦੀ, ਉਹ ਆਪੇ ਬਖਸ਼ਿਆ ਜਾਵੇਗਾ। ਕਲਗੀਧਰ ਜੀ ਹੱਸ ਕੇ ਕਹਿਣ ਲੱਗੇ ਕਿ ਕਾਜੀ ਜੀ, ਆਪਣਾ ਮਨ ਟਿਕਾ ਕੇ ਵੇਖੋਗਾ ਭਲਾ ਕਿ ਟਿਕਦਾ ਹੈ ਕਿ ਨਹੀਂ। ਕਾਜੀ ਨੇ ਬਹੁਤ ਯਤਨ ਕੀਤੇ ਪਰ ਮਨ ਨਾ ਟਿਕਿਆ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸੇ ਕਰਕੇ ਵਾਹਿਗੁਰੂ ਅੱਗੇ ਮਨ ਕਰਕੇ ਬੇਨਤੀਆਂ ਕਰਨੀਆਂ ਹਨ। ਸਰੀਰ ਕਰਕੇ ਔਗੁਣਾਂ ਨੂੰ ਛੱਡਣਾ, ਪਰ ਮਨ ਕਰਕੇ ਫੇਰ ਵੀ ਨਿਮਰਤਾ ਵਿੱਚ ਰਹਿਣਾ ਹੈ। ਤਾਣ ਹੋਦੇ ਹੋਏ ਨਿਤਾਣਾ, ਮਾਣ ਹੋਦੇ ਹੋਏ ਨਿਮਾਣਾ। ਬੇਨਤੀਆਂ ਨਾਲ ਜੁੜੇ ਰਹਿਣਾ ਤਾਂ ਹੀ ਠੀਕ ਹੋ ਸਕੇਗਾ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤ ਹੈ ਨ ਜਾਏ। ਜੋ ਕਹੀਏ ਜਿਹੜੀਆਂ ਜਗਿਆਸੂ ਰੂਪੀ ਇਸਤਰੀਆਂ ਹਰੀ ਵਾਹਿਗੁਰੂ ਕੰਤਪਤੀ ਨੇ ਆਪਣੇ ਵਿੱਚ ਮਿਲਾਈਆਂ, ਮੇਲ ਲਈਆਂ ਹਨ, ਜਿਨ੍ਹਾਂ ਨੂੰ ਨਿਜ ਸਰੂਪ ਦੀ ਸਾਖਿਆਤ ਭਾਵ ਪ੍ਰਾਪਤੀ ਕਰਵਾ ਦਿੱਤੀ ਹੈ ਨਾ, ਸੇ ਕਹੀਏ ਉਹ ਵਿਛੜ ਕੇ ਜੂਨਾਂ ਵਿੱਚ ਕਤਹਿ ਕਦੇ ਵੀ ਨਹੀਂ ਜਾਏ ਜਾਂਦੀਆਂ, ਕਿਉਂਕਿ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਅਭੇਦ ਕਰ ਲਿਆ ਹੈ। ਜਿਵੇਂ ਜਲ ਵਿੱਚ ਪੈ ਕੇ ਜਲ ਵੱਖਰਾ ਨਹੀਂ ਨਾ ਹੁੰਦਾ, ਇਸ ਤਰ੍ਹਾਂ ਉਹ ਵੱਖਰੇ ਨਹੀਂ ਹੁੰਦੇ। ਪਰਮੇਸ਼ਰ ਨੇ ਆਪਣੇ ਨਾਲ ਮਿਲਣ ਲਈ ਮਨੁੱਖਾ ਜਨਮ ਦਿੱਤਾ ਹੈ। ਜਿਹੜੇ ਦੇਹ ਅਭਿਮਾਨ ਵੱਲੋਂ ਮਿਟਦੇ ਹਨ, ਉਹ ਕਦੇ ਵੀ ਵਿਛੜਦੇ ਨਹੀਂ ਹਨ। ਵਾਹਿਗੁਰੂ ਜੀ ਦੀ ਜੋਤ ਨਾਲ ਮਿਲ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ ਸਾਧ ਸੰਗਤ ਜੀ, ਅਤੇ ਸਵਰਗ ਆਦਿਕ ਦੇ ਸੁੱਖਾਂ ਦੀ ਵਾਸ਼ਨਾ ਵੀ ਨਹੀਂ ਰੱਖਦੇ। ਪਾਤਸ਼ਾਹ ਦਾ ਪਾਵਨ ਵਾਕ ਹੈ,
ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਪਾਤਸ਼ਾਹ ਇੱਕ ਜਗ੍ਹਾ ਹੋਰ ਫਰਮਾਉਂਦੇ ਹਨ, ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਅੱਸੂ ਮਹੀਨੇ ਰਾਹੀਂ ਉਪਦੇਸ਼ ਬਖਸ਼ ਰਹੇ ਹਨ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਵਿਣ ਬਿਨਾ ਦੂਸਰਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਅਸੀਂ ਹਰ ਹਰੀ ਵਾਹਿਗੁਰੂ ਆਪ ਜੀ ਦੀ ਸਰਣਾਏ ਸ਼ਰਨ ਵਿੱਚ ਆਏ ਹਾਂ। ਭਾਵ ਕਿ ਇਹ ਹਰੀ ਵਾਹਿਗੁਰੂ, ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਕਿ ਆਪ ਜੀ ਦੀ ਸ਼ਰਨ ਦੀ ਪ੍ਰਾਪਤੀ ਹੋ ਜਾਵੇ, ਆਪ ਜੀ ਦੀ ਸ਼ਰਨ ਪ੍ਰਾਪਤ ਹੋਵੇ। ਪਾਤਸ਼ਾਹ ਦਾ ਅੱਗੇ ਪਾਵਨ ਵਾਕ ਹੈ, ਅੱਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਪਾਤਸ਼ਾਹ ਜੀ ਅੱਸੂ ਦੇ ਮਹੀਨੇ ਦੀ ਪਾਵਨ ਵਾਕ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਹਨ ਕਿ ਅੱਸੂ ਸੁਖੀ ਵਸੰਦੀਆਂ। ਮਨੁੱਖਾ ਸਰੀਰ ਰੂਪੀ ਅੱਸੂ ਦੇ ਮਹੀਨੇ ਵਿੱਚ ਉਹ ਪਰਮਾਤਮਾ ਰੂਪ ਸਖੀਆਂ, ਉਹ ਮਹਾਤਮਾ ਰੂਪ ਸਖੀਆਂ, ਉਹ ਸੰਤ ਜਨ ਸਖੀਆਂ ਆਨੰਦ ਦੇ ਸਹਿਤ ਵਸੰਦੀਆਂ ਵਸਦੀਆਂ ਹਨ, ਜਿਨ੍ਹਾਂ ਉੱਤੋਂ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਦੀ ਮਾਇਆ ਕਹੀਏ ਕਿਰਪਾ ਦ੍ਰਿਸ਼ਟੀ ਹੈ। ਇਉਂ ਗੁਰੂ ਸਾਹਿਬ ਜੀ ਨੇ ਅੱਸੂ ਦੇ ਮਹੀਨੇ ਦੁਆਰਾ ਪਵਿੱਤਰ ਉਪਦੇਸ਼ ਦੇ ਕੇ ਮਹੀਨੇ ਦੀ ਸਮਾਪਤੀ ਸੰਪੂਰਨਤਾ ਕੀਤੀ ਹੈ। ਪਾਤਸ਼ਾਹ ਜੀ ਇਸ ਪਾਵਨ ਵਾਕ ਦੇ ਰਾਹੀਂ, ਇਸ ਪਾਵਨ ਮਹੀਨੇ ਦੇ ਰਾਹੀਂ ਫਰਮਾਉਂਦੇ ਹਨ ਕਿ ਭਾਈ, ਪਹਿਲਾਂ ਤਾਂ ਅਸਨ ਪ੍ਰੇਮ ਉਹ ਮਾਹੜਾ, ਉਹਨਾਂ ਜੀਵ ਇਸਤਰੀਆਂ ਨੂੰ ਚਾਅ ਪੈਦਾ ਹੁੰਦਾ ਹੈ, ਕਿਉਂਕਿ ਇਸ ਮਹੀਨੇ ਵਿੱਚ ਰੁੱਤ ਬੜੀ ਮਿੱਠੀ ਹੁੰਦੀ ਹੈ। ਅਤੇ ਪਾਤਸ਼ਾਹ ਫਰਮਾਉਂਦੇ ਹਨ, ਸੰਪੂਰਨਤਾ ਕਰਦਿਆਂ ਪਾਤਸ਼ਾਹ ਜੀ ਫਰਮਾਉਂਦੇ ਹਨ, ਅੱਸੂ ਸੁਖੀ ਵਸੰਦੀਆਂ, ਜਿਨ੍ਹਾਂ ਮਾਇਆ ਹਰਿ ਰਾਏ। ਜਿਨ੍ਹਾਂ ਜੀਵ ਇਸਤਰੀਆਂ ਦੇ ਉੱਪਰ, ਮਹਾਤਮਾ ਜਨਾਂ ਉੱਪਰ ਮਾਇਆ ਕਹੀਏ ਦ੍ਰਿਸ਼ਟੀ ਦਇਆ ਕਰਕੇ ਹਰ ਰਾਏ ਰਾਜਾ ਸਰੂਪ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਨਾ, ਉਹ ਸੁਖੀ ਵਸਦੀਆਂ ਹਨ। ਸੋ ਇਹ ਸੀ ਸਾਧ ਸੰਗਤ ਜੀ ਅੱਸੂ ਦੇ ਮਹੀਨੇ ਦੀ ਸਰਲ ਵਿਚਾਰ, ਭੁੱਲਾਂ ਚੁੱਕਾਂ ਮੁਆਫ ਕਰਨੀਆਂ। ਆਓ ਇਸ ਪਾਵਨ ਮਹੀਨੇ ਦੇ ਵਾਕ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਨੂੰ ਆਪਾਂ ਗਾ ਕੇ, ਪੜ੍ਹ ਕੇ, ਸਰਵਣ ਕਰਕੇ ਫਤਿਹ ਬੁਲਾਈਏ ਜੀ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅੱਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।